सतनाम वाहिगुरु साहिब जी। राग धनासरी बाणी भगत कबीर जी की। एक ओंकार सतगुर प्रसाद। सनक सनंद महेश समाना। सेख नाग तेरो मर्म ना जाना। सनक सनंद महेश समाना। वाहिगुरु जी का खालसा वाहिगुरु जी की फतेह। जुगो जुग अटल दो जहाना दे मालक पतित पावन भगत वत्सल कृपा निधान जगत गुरु सतगुरु धन धन श्री गुरु ग्रंथ साहिब सच्चे पातशाह जी की साजी नवाजी हुई गुरु का खास स्वरूप गुरु की साध संगत। आप वड्डियां भागां वाले हो जो अमृत वेले तो लै करके साहिबां दी पवित्र पावन हजूरी विच सज करके अमृत बाणियां इस प्रकार दे नाल गुरु की बाणी का कीर्तन सरवण करके आप जी निहाल हो रहे हो। सो सच्चे पातशाह जी ने कृपा करके अमृत वेले जो सानू मुखवाक बख्शिया है, हुक्मनामा साहिब बख्शिश कीता है। आओ मन बिरतियां दी एकाग्रता नाल सतगुरां वल्लों प्राप्त होए श्री मुखवाक दी विचार सांझी कर सकीए। बड़े ही प्यार सहित सारे ही गज के आखो सतनाम श्री वाहिगुरु साहिब जी। राग धनासरी बाणी भगत कबीर जी की। एक ओंकार सतगुर प्रसाद। सनक सनंद महेश समाना। साध संगत जीओ जो अज दा श्री मुखवाक है हुक्मनामा है ये 691 अंक दे उपर है। धनासरी राग जिस अंदर भगत कबीर साहब की पवित्र बाणी है। कबीर जेड़े कांशी दे विच बहुत सारे इत्थे विद्वानां दा गढ़ मन्निया गया है। कांशी बड़ियां चर्चावां इत्थे होईयां ने भगत कबीर साहब जी दी। बड़े बड़े विद्वान उन्हां दे अगे हार के गए हैं। सो कुछ सत्संगी जन जेड़े ने वो भी आके भगत कबीर साहब जी नूं मिलते ने, संगत करते हैं। बड़े भले पुरुष जान के कई बार आपस विच विचार चर्चावां भी चलदियां ने। साध संगत जी जिवें मनां विच कई बार शंके हुंदे हैं ते इहो जे महापुरखां नूं प्रश्न करके उहदा योग उत्तर प्राप्त कर लैंदे ने जग्यासू। ते कबीर जी नूं एक मौके ये सवाल किया गया, प्रश्न किया गया कि जिहड़ा वो परमात्मा है जिस दी तुसीं गल करदे हो, जिन्हों कहंदे सर्व व्यापक है, जिहड़ा घट घट च वसदा है, जिहड़ा तिन्नां लोकां विच है,
ਹਰੇਕ ਥਾਂ ਤੇ ਹੈ, ਜ਼ਰੇ ਜ਼ਰੇ ਦੇ ਵਿੱਚ ਹੈ। ਭਲਾ ਉਸ ਪਰਮਾਤਮਾ ਦਾ ਕੋਈ ਅੰਤ ਪਾ ਸਕਿਆ ਹੈ? ਉਹਦਾ ਕੋਈ ਅੰਤ ਹੈ ਜਾਂ ਨਹੀਂ ਹੈ? ਇਹ ਪ੍ਰਸ਼ਨ ਦਾ ਉੱਤਰ ਦੇਣ ਵਾਸਤੇ ਕਬੀਰ ਸਾਹਿਬ ਜੀ ਨੇ ਪਵਿੱਤਰ ਸ਼ਬਦ ਜਿਹੜਾ ਹੈ, ਧਨਾਸਰੀ ਰਾਗਣੀ ਹੈ, ਅੰਮ੍ਰਿਤ ਬਾਣੀ ਵਿੱਚ ਰਾਗ ਦਾ ਦਰਜਾ ਪ੍ਰਾਪਤ ਹੈ। ਅੰਮ੍ਰਿਤ ਬਾਣੀ ਉਚਾਰਨ ਤੋਂ ਪਹਿਲਾਂ ਮੰਗਲਾਚਰਨ, ਵਸਤੂ ਨਿਰਦੇਸ਼ਕ ਮੰਗਲ ਹੈ ਸਾਧ ਸੰਗਤ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਇੱਕ ਅਦੁੱਤੀ ਬ੍ਰਹਮ ਹੈ ਓੰਕਾਰ, ਸਰਬ ਦਾ ਪ੍ਰਕਾਸ਼ਕ, ਸਤ ਤ੍ਰੇਈ ਕਾਲ ਆਬਾਦ ਹੈ, ਜਿਹੜਾ ਆਦਿ ਵਿੱਚ ਵੀ ਸੱਚਾ, ਜੁਗਾਦ ਵਿੱਚ ਵੀ ਤੇ ਆਉਣ ਵਾਲੇ ਸਮੇਂ ਵਿੱਚ ਵੀ ਹੈ ਵੀ ਸੱਚ। ਨਾਨਕ ਹੋਸੀ ਵੀ ਸੱਚ, ਤਿੰਨਾਂ ਸਮਿਆਂ ਦੇ ਵਿੱਚ ਉਹ ਸੱਚਾ ਹੈ। ਗੁਰ ਜਿਹੜਾ ਅੰਧਕਾਰ 'ਚ ਪ੍ਰਕਾਸ਼ ਕਰੇ ਉਹਨੂੰ ਗੁਰੂ ਕਹਿੰਦੇ ਨੇ। ਤੇ ਇਸ ਵਾਸਤੇ ਉਹ ਜਿਹੜਾ ਸੱਚਾ ਗੁਰੂ ਹੈ ਨਾ ਸਾਧ ਸੰਗਤ, ਪ੍ਰਸਾਦ ਹੁੰਦੀ ਹੈ ਕਿਰਪਾ। ਉਹਦੀ ਕਿਰਪਾ ਹੋ ਜਾਵੇ, ਪੂਰੇ ਗੁਰੂ ਦੀ ਕਿਰਪਾ ਹੋ ਜਾਵੇ ਤਾਂ ਓੰਕਾਰ ਜਿਹੜਾ ਰਮਿਆ ਹੋਇਆ ਸਾਰੇ ਪਾਸੇ, ਉਹਦੇ ਸਰੂਪ ਦੀ ਪ੍ਰਾਪਤੀ ਹੋ ਸਕਦੀ ਹੈ ਜੇ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਹੋ ਜਾਏ। ਇਉਂ ਮੰਗਲ ਕਰਕੇ ਆਪ ਜੀ ਉਚਾਰਨ ਕਰਦੇ ਨੇ, ਸਨਕ ਸਨੰਦ ਮਹੇਸ਼ ਸਮਾਨਾ। ਹੁਣ ਦੱਸਦੇ ਹਨ ਕਿ ਪਰਮਾਤਮਾ ਦਾ ਕੋਈ ਅੰਤ ਨਹੀਂ। ਵਾਹਿਗੁਰੂ ਦਾ ਅੰਤ ਪਾਉਣ ਵਾਸਤੇ ਜੇ ਕੋਈ ਗਿਆ, ਉਹਦਾ ਆਪਣਾ ਹੀ ਅੰਤ ਹੋ ਗਿਆ, ਪਰ ਪਰਮੇਸ਼ਰ ਦਾ ਅੰਤ ਕਿਸੇ ਨਹੀਂ ਪਾਇਆ ਹੈ। ਗੁਰਮੁਖੋ, ਪਰਮੇਸ਼ਰ ਦਾ ਤਾਂ ਅੰਤ ਕਿਸੇ ਨੇ ਕੀ ਪਾਉਣਾ ਹੈ? ਉਹਦੀ ਮਾਇਆ ਦਾ ਹੀ ਅੰਤ ਨਹੀਂ ਪਾ ਸਕਦਾ ਹੈ ਮਨੁੱਖ। ਉਹਦੀ ਰਚੀ ਹੋਈ ਕਾਇਨਾਤ, ਬ੍ਰਹਿਮੰਡ, ਉਹਦਾ ਵੀ ਅੰਤ ਕੋਈ ਨਹੀਂ ਹੈ। ਉਹਦਾ ਰਚਿਆ ਹੋਇਆ ਇਹ ਸੰਸਾਰ ਜੋ ਹੈ, ਕੁਦਰਤ ਨੇ ਜਿਹੜੀ ਇਹ ਕਾਇਨਾਤ ਰਚੀ ਹੈ, ਇਹਦਾ ਵੀ ਅੰਤ ਨਹੀਂ ਪਾ ਸਕਦਾ ਕੋਈ। ਤੇ ਵਾਹਿਗੁਰੂ ਦਾ ਅੰਤ ਤਾਂ ਕੋਈ ਪਾ ਹੀ ਨਹੀਂ ਸਕਦਾ। ਇਸ ਸ਼ਬਦ ਰਾਹੀਂ ਸਾਨੂੰ ਦਰਸਾ ਰਹੇ ਹਨ, ਇਹ ਦੱਸਦੇ ਨੇ, ਸੰਤ ਸੰਗਤ ਰਾਮ ਹਿਰਦੈ ਬਸਾਈ। ਸੰਤਾਂ ਦੀ ਸੰਗਤ ਕਰਕੇ ਉਸ ਵਾਹਿਗੁਰੂ ਨੂੰ ਅਸੀਂ ਆਪਣੇ ਹਿਰਦੇ 'ਚ ਵਸਾਇਆ ਹੈ। ਉਹ ਵਾਹਿਗੁਰੂ ਕਿਹੋ ਜਿਹਾ ਹੈ ਜਿਹਨੂੰ ਆਪਣੇ ਹਿਰਦੇ 'ਚ ਅਸੀਂ ਵਸਾ ਕੇ ਬੈਠੇ ਹਾਂ? ਕਹਿੰਦੇ ਇਹਦਾ ਕੋਈ ਅੰਤ ਨਹੀਂ ਪਾ ਸਕਦਾ, ਕੋਈ ਕਿਤਨਾ ਵੱਡਾ ਹੋਵੇ। ਮਹਾਰਾਜ ਬਾਣੀ ਵਿੱਚ ਵੀ ਲਿਖਦੇ ਨੇ, ਅੰਤ ਨਾ ਪਾਵਤ ਦੇਵ ਸਭੈ ਮੁਨ, ਇੰਦਰ ਮਹਾ ਸਿਵ ਜੋਗ ਕਰੀ। ਪੁਨ ਬੇਦ ਬਿਰੰਚ ਵਿਚਾਰ ਰਹਿਓ, ਹਰ ਜਾਪ ਨਾ ਛਾੜਿਓ ਏਕ ਕਰੀ। ਦੇਵ 33 ਕਰੋੜ ਦੇਵਤਾ ਮੰਨਿਆ ਹੈ। ਕਹਿੰਦੇ ਉਹ ਦੇਵਤੇ ਜਿਹੜੇ ਨੇ ਉਹ ਵੀ ਅੰਤ ਨਹੀਂ ਪਾ ਸਕਦੇ ਉਸ ਵਾਹਿਗੁਰੂ ਦਾ। ਮੁਨੀ ਨੇ ਜਿਹੜੇ, ਉਹ ਵੀ ਅੰਤ ਨਹੀਂ ਪਾ ਸਕਦੇ। ਇੰਦਰ ਵਰਗੇ ਜਿਹੜੇ ਹਨ, ਉਹਨਾਂ ਵੀ ਅੰਤ ਨਹੀਂ ਪਾਇਆ। ਵੇਦਾਂ ਨੂੰ ਉਚਾਰਨ ਵਾਲੇ ਸਾਧ ਸੰਗਤ ਜੀ, ਉਹ ਵੀ ਬ੍ਰਹਮੇ ਵਰਗੇ ਵੀ ਅੰਤ ਨਹੀਂ ਪਾ ਸਕੇ। ਜਿਹੜਾ ਅੰਤ ਪਾਉਣ ਗਿਆ ਉਹਦਾ ਆਪਦਾ ਹੀ ਅੰਤ ਹੋ ਗਿਆ। ਇਸ ਲਈ ਸਨਕ ਸਨੰਦ ਮਹੇਸ਼ ਸਮਾਨਾ। ਸਨਕ ਤੇ ਸਨੰਦ ਇਹ ਬ੍ਰਹਮਾ ਜੀ ਦੇ ਪੁੱਤਰ ਮੰਨੇ ਜਾਂਦੇ ਨੇ ਸਾਧ ਸੰਗਤ। ਸਨਕ ਸਨੰਤ ਸਨਾਤਨ ਸੰਤ ਕੁਮਾਰ, ਇਹ 4 ਪੁੱਤਰ ਸਨ। ਮਹਾਰਾਜ ਕਹਿੰਦੇ ਸਮਾਨਾ, ਇਹ ਵੀ ਉਹਦੇ 'ਚ ਸਮਾਏ ਰਹਿੰਦੇ ਨੇ, ਉਹਦੀ ਭਗਤੀ ਕਰਦੇ ਰਹਿੰਦੇ ਨੇ, ਉਹਦਾ ਨਾਮ ਜਪਦੇ ਰਹਿੰਦੇ ਨੇ। ਮਹੇਸ਼ ਜਿਹੜਾ ਸ਼ਿਵ ਹੈ, ਜਿਸ ਨੂੰ ਕਹਿੰਦੇ ਵੀ ਉਹ ਕਾਲ ਕਰ ਦਿੰਦਾ ਹੈ ਸਾਰੀ ਪ੍ਰਿਥਵੀ ਦਾ। ਲੇਕਿਨ ਵਾਹਿਗੁਰੂ ਦਾ ਅੰਤ ਉਹ ਵੀ ਨਹੀਂ ਪਾ ਸਕਦਾ ਹੈ। ਉਹ ਵੀ ਉਹਦੀ ਉਸ ਤੱਤ ਵਿੱਚ ਸਮਾਇਆ ਰਹਿੰਦਾ, ਉਹਦਾ ਨਾਮ ਜਪਦਾ ਰਹਿੰਦਾ ਹਰ ਵੇਲੇ। ਉਹ ਵੀ ਵਾਹਿਗੁਰੂ ਵਾਹਿਗੁਰੂ ਉਸ ਪਰਮੇਸ਼ਰ ਦੇ ਵਿੱਚ ਹੀ ਮਨ ਟਿਕਾ ਕੇ ਰੱਖਦਾ ਹੈ। ਸੇਖ ਨਾਗ ਤੇਰੋ ਮਰਮ ਨਾ ਜਾਨਾ। ਸ਼ੇਸ਼ ਨਾਗ
ਇਹਦੇ ਬਾਰੇ ਇਉਂ ਲਿਖਿਆ ਆਉਂਦਾ ਹੈ ਪੁਰਾਣਾਂ ਦੇ ਵਿੱਚ ਕਿ ਜਿਹੜਾ ਸ਼ੇਸ਼ਨਾਗ ਹੈ, ਹਜ਼ਾਰਾਂ ਇਹਦੇ ਮੂੰਹ ਨੇ, ਹਜ਼ਾਰਾਂ ਫਨ, ਤੇ ਵਿਸ਼ਨੂੰ ਦੇ ਉੱਤੇ ਛਾਉਂ ਕਰਨ ਵਾਲਾ ਇਹੀ ਸ਼ੇਸ਼ਨਾਗ ਹੈ। ਇੱਕ ਇੱਕ ਫਨ ਦੇ ਵਿੱਚ ਦੋ ਦੋ ਜ਼ੁਬਾਨਾਂ ਨੇ ਸਾਧ ਸੰਗਤ ਜੀ, ਤੇ ਨਿਤ ਨਵਾਂ ਨਾਮ ਲੈਂਦਾ ਹੈ, ਨਿਤ ਨਵਾਂ। 1000 ਫਨ ਨੇ ਤੇ 2000 ਜ਼ੁਬਾਨਾਂ ਨੇ, ਤੇ 2000 ਜ਼ੁਬਾਨਾਂ ਨਾਲ ਨਿਤ ਨਿਤ ਨਵਾਂ ਨਾਮ ਸ਼ੇਸ਼ਨਾਗ ਲੈਂਦਾ। ਲੇਕਿਨ ਸਤਿਗੁਰੂ ਕਹਿੰਦੇ ਇੰਨੇ ਨਾਮ ਨੇ ਪ੍ਰਮਾਤਮਾ ਦੇ, ਅਨੰਤ ਨਾਮ, ਤੇਰੋ ਨਾਮ ਅਨੇਕਾ ਰੂਪ ਅਨੰਤਾ। ਉਹ ਨਾਮਾਂ ਦਾ ਅੰਤ ਹੀ ਨਹੀਂ ਸਾਧ ਸੰਗਤ ਜੀ ਪਾ ਸਕਦਾ, ਇੰਨੇ ਨਾਮ ਹੈ ਉਹਦੇ ਪਰਮੇਸ਼ਰ ਦੇ। ਤੇ ਵਾਹਿਗੁਰੂ ਦਾ ਅੰਤ ਭਲਾ ਕਿਵੇਂ ਹੋ ਸਕਦਾ ਹੈ? ਉਹਦਾ ਤਾਂ ਅੰਤ ਕੋਈ ਪਾ ਹੀ ਨਹੀਂ ਸਕਦਾ ਹੈ। ਇਹ ਗੱਲ ਵੱਖਰੀ ਹੈ ਕਿ ਅਲਪੱਗ ਜੀਵ ਨੇ ਉਹਦੇ ਸਾਜੇ ਹੋਏ, ਕਿਸੇ ਵੇਲੇ ਮਨੁੱਖ ਹੰਕਾਰ ਕਰ ਲੈਂਦਾ ਹੈ। ਜਿਵੇਂ ਇੱਕ ਵਾਰੀ ਸਾਧ ਸੰਗਤ ਜੀ ਬ੍ਰਹਮਾ ਜੀ ਨੂੰ ਹੰਕਾਰ ਹੋ ਗਿਆ, ਜਦੋਂ ਉਤਪੱਤੀ ਕਰਨ ਦਾ ਹੁਕਮ ਹੋਇਆ ਸੀ ਇਸ ਸੰਸਾਰ ਦੀ, ਕਮਲ ਦੇ ਵਿੱਚੋਂ ਜਿਸ ਵੇਲੇ ਉਹਨਾਂ ਦਾ ਜਨਮ ਹੋਇਆ, ਨਾਭ ਕਮਲ ਤੇ ਬ੍ਰਹਮਾ ਉਪਜਿਆ। 4 ਵੇਦ ਮੁਖ ਕੰਠ ਉਚਾਰ, ਇਉਂ ਬਾਣੀ ਵਿੱਚ ਮਹਾਰਾਜ ਨੇ ਲਿਖਿਆ ਹੈ। ਨਾਭ ਕਮਲ ਤੋਂ ਜਦੋਂ ਬ੍ਰਹਮਾ ਜੀ ਆਏ ਨੇ, ਉਹਨਾਂ ਇੱਧਰ ਉੱਧਰ ਦੇਖਿਆ ਵੀ ਮੇਰੇ ਤੋਂ ਸਿਵਾ ਤਾਂ ਕੋਈ ਹੋਰ ਹੈ ਹੀ ਨਹੀਂ, ਸ੍ਰਿਸ਼ਟੀ ਨੂੰ ਰਚਣ ਵਾਲਾ ਮੈਂ ਹੀ ਹਾਂ, ਮੈਂ ਹੀ ਹਾਂ। ਹੰਕਾਰ ਹੋ ਗਿਆ। ਤੇ ਕੁਦਰਤ ਦੀ ਇੱਕ ਮਰਿਆਦਾ ਹੈ, ਉਹ ਪ੍ਰਮਾਤਮਾ ਕਿਸੇ ਦਾ ਹੰਕਾਰ ਵੀ ਝੱਲਦਾ ਨਹੀਂ ਕਦੇ। ਇਉਂ ਲਿਖਿਆ ਆਉਂਦਾ ਹੈ ਮਹਾਰਾਜ ਦੀ ਬਾਣੀ ਵਿੱਚ, ਹਰ ਜੀਓ ਅਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵੈ। ਤੇ ਸਾਹਿਬ ਕਹਿੰਦੇ ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਹੰਕਾਰ ਵਾਲੇ ਬੰਦੇ ਨੂੰ ਪਸੰਦ ਨਹੀਂ ਹੈ। ਜੇ ਕੋਈ ਮਾਣ ਕਰੇ, ਹੰਕਾਰ ਕਰੇ ਵੀ ਮੈਂ ਹੀ ਹਾਂ, ਮੇਰੇ ਤੋਂ ਬਿਨਾਂ ਤਾਂ ਹੋ ਹੀ ਨਹੀਂ ਸਕਦਾ, ਮੇਰੇ ਤੋਂ ਬਿਨਾਂ ਦੂਜਾ ਤਾਂ ਕੋਈ ਹੈ ਹੀ ਨਹੀਂ, ਮੈਂ ਹੀ ਪਰਮਾਤਮਾ ਹਾਂ, ਇੰਨਾ ਮਾਣ ਹੋ ਗਿਆ ਬ੍ਰਹਮਾ ਜੀ ਨੂੰ। ਕਹਿੰਦਾ ਮੈਂ ਹੀ ਈਸ਼ਵਰ ਹਾਂ, ਮੈਂ ਹੀ ਬ੍ਰਹਮਾ ਹਾਂ, ਮੈਂ ਹੀ ਸ੍ਰਿਸ਼ਟੀ ਦਾ ਰਚਨਹਾਰ ਹਾਂ। ਉਸ ਵੇਲੇ ਆਕਾਸ਼ਬਾਣੀ ਰਾਹੀਂ ਆਵਾਜ਼ ਆਈ ਕਿ ਬ੍ਰਹਮਾ ਹੰਕਾਰ ਨਾ ਕਰ, ਪਰਮਾਤਮਾ ਤੇਰੇ ਤੋਂ ਵੱਡਾ ਹੈ। ਜਿਸ ਕਮਲ ਦੇ ਵਿੱਚੋਂ ਤੇਰਾ ਜਨਮ ਹੋਇਆ, ਇਹ ਕਮਲ ਵੀ ਤੇਰੇ ਤੋਂ ਵੱਡਾ ਹੈ। ਤੇ ਸਾਧ ਸੰਗਤ ਗੁੱਸੇ ਵਿੱਚ ਆਇਆ, ਕਮਲ ਨੂੰ ਇਹਨ ਲੱਤ ਮਾਰੀ। ਜਿਸ ਮੌਕੇ ਲੱਤ ਮਾਰੀ ਤੇ ਕਹਿੰਦੇ ਉਸ ਕਮਲ ਦੇ ਫੁੱਲ ਵਿੱਚ ਜਿੱਥੋਂ ਉਪਜਿਆ ਸੀ ਨਾ, ਜਿੱਥੋਂ ਨਿਕਲਿਆ ਸੀ, ਉਹਦੇ ਵਿੱਚ ਹੀ ਡਿੱਗ ਪਿਆ। ਡਿੱਗ ਪਿਆ ਜਿਸ ਵੇਲੇ, ਅੰਦਰ ਰਿੜਦਾ ਜਾਵੇ, ਰਿੜਦਾ ਜਾਵੇ। 18 ਯੁੱਗ ਅੰਦਰ ਜਾਂਦਾ ਗਿਆ। ਸਾਧ ਸੰਗਤ ਜੀ, ਉਹ ਜਿਹੜੀ ਕਮਲ ਦੀ ਨਾੜੀ ਸੀ ਨਾ, ਉਹਦਾ ਹੀ ਅੰਤ ਨਹੀਂ ਆ ਰਿਹਾ ਹੈ। ਇਹ ਪ੍ਰਮਾਤਮਾ ਦੀ ਕੁਦਰਤ ਐਸੀ ਹੈ। ਹੰਕਾਰ ਨਿਵਰਤ ਕਰਨਾ ਸੀ। ਜਦੋਂ ਤੁਰਿਆ ਜਾਵੇ ਹੇਠਾਂ ਨੂੰ, ਤੁਰਿਆ ਜਾਵੇ, ਸਮਝ ਆ ਗਈ ਕਿ ਮੈਂ ਹੰਕਾਰ ਕਰ ਲਿਆ। ਉਸ ਵੇਲੇ ਪ੍ਰਮਾਤਮਾ ਤੋਂ ਮਾਫੀ ਮੰਗੀ, ਮੇਰੇ ਤੋਂ ਗਲਤੀ ਹੋ ਗਈ ਹੈ ਤੇ ਮੈਂ ਹੁਣ ਆਪ ਜੀ ਦੇ ਹੁਕਮ ਅਨੁਸਾਰ ਚੱਲਾਂਗਾ। ਮੁਆਫੀ ਮੰਗਣ ਤੋਂ ਸਾਧ ਸੰਗਤ ਦੁਬਾਰਾ 18 ਯੁੱਗ ਬਾਹਰ ਨਿਕਲਣ ਨੂੰ ਲੱਗ ਗਏ ਸੀ। ਇਹ 36 ਯੁੱਗ ਦਾ ਸਮਾਂ ਇੱਦਾਂ ਲੰਘਿਆ ਸੀ। ਤੇ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਸ਼ਬਦ ਵੀ ਹੈ, 36 ਯੁੱਗ ਵਰਤੇ ਗੁਬਾਰਾ, ਤਾੜੀ ਲਾਈ ਅਪਰ ਅਪਾਰਾ। ਗੁਬਾਰ ਰਿਹਾ ਉਤਨਾ ਚਿਰ। ਫਿਰ ਪਰਮਾਤਮਾ ਨੂੰ ਸਮਝਿਆ ਕਿ ਵਾਹਿਗੁਰੂ ਕੋਈ ਹੈ ਜਿਹਨੇ ਮੈਨੂੰ ਪੈਦਾ ਕੀਤਾ ਹੈ ਤੇ ਮੇਰੀ ਡਿਊਟੀ ਲਗਾਈ ਹੈ ਆ ਸੰਸਾਰ ਦੀ ਪਾਲਣਾ ਕਰਨੀ, ਇਹਨੂੰ ਰਚਣ ਦੀ। ਫਿਰ ਸ੍ਰਿਸ਼ਟੀ ਦੀ ਰਚਨਾ ਕੀਤੀ। ਕਈ ਉਸ ਵਾਹਿਗੁਰੂ ਦੀ ਹੋਂਦ ਨੂੰ ਛੱਡ ਕੇ ਤੇ ਦੇਵਤਿਆਂ ਦੀ ਪੂਜਾ ਪ੍ਰਤਿਸ਼ਠਾ ਕਰਨ ਪਿੱਛੇ ਲੱਗੇ ਹੋਏ ਨੇ।
ਕਹਿੰਦੇ ਜੀ ਬ੍ਰਹਮਾ ਹੀ ਸਾਰਿਆਂ ਤੋਂ ਵੱਡਾ ਹੈ, ਉਹਦੀ ਉਹ ਪੂਜਾ ਕਰਨੀ ਚਾਹੀਦੀ ਹੈ ਕਿਉਂਕਿ ਉਹ ਸ੍ਰਿਸ਼ਟੀ ਰਚਦਾ ਹੈ। ਕੋਈ ਕਹਿੰਦਾ ਨਹੀਂ ਜੀ ਵਿਸ਼ਨੂੰ ਜਿਹੜੇ ਹੈ ਉਹ ਸਭ ਤੋਂ ਵੱਡੇ ਨੇ, ਉਹ ਪਾਲਦੇ ਨੇ ਸਾਰਿਆਂ ਨੂੰ। ਕੋਈ ਕਹਿੰਦਾ ਜੀ ਮਹੇਸ਼ ਸਭ ਤੋਂ ਵੱਡੇ ਨੇ, ਉਹ ਸਭ ਨੂੰ ਲੈ ਕਰ ਦਿੰਦੇ ਨੇ, ਖਤਮ ਕਰ ਦਿੰਦੇ ਨੇ, ਭੋਗ ਪਾ ਦਿੰਦੇ ਨੇ, ਖਤਮ ਕਰ ਦਿੰਦੇ, ਕਾਲ ਕਰ ਦਿੰਦੇ ਨੇ। ਪਰ ਸਾਹਿਬ ਕਹਿੰਦੇ ਇਹ ਭੁਲੇਖੇ 'ਚ ਨਾ ਰਹੋ। ਉਹ ਜਿਹੜਾ ਵਾਹਿਗੁਰੂ ਹੈ ਨਾ, ਉਹ ਇਹਨਾਂ ਤੋਂ ਵੀ ਵੱਡਾ ਹੈ। ਗੁਰੂ ਨਾਨਕ ਸਾਹਿਬ ਨੇ ਇਸੇ ਕਰਕੇ ਸਾਨੂੰ ਇੱਕ ਓੰਕਾਰ ਦੇ ਨਾਲ ਜੋੜਿਆ, ਜਿਹੜਾ ਕਦੇ ਮਰਦਾ ਨਹੀਂ। ਤੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਕਾਲ ਪਾਏ ਬ੍ਰਹਮਾ ਬਵਤਰਾ, ਕਾਲ ਪਾਏ शिवजू अवतरा, काल पाए कर बिसन प्रकाशा, सकल काल का किया तमाशा। ये तो तमाशा है, तमाशा बनाता। वाहिगुरु ने अपने हुक्म विच ये देवते बनाए ने ते अगे उन्हां दी ड्यूटी लगाती। जिद्दां साध संगत जी कोई राजा है, उन्हें मकान बनाना है, मकान बनाना होवे ते वो हुक्म करता है नौकरां चाकरां नूं भी जाओ जाके आ मकान बना दिओ, आ काम कर दिओ। ते जे कहिए भी नौकर ही सब कुछ ने, नौकरां नहीं सब कुछ बनाया जी, वही ये मालक ने, तो मालक तो वो नहीं होंदे, वो तो नौकर ने। ये तो एक ब्रह्मा नहीं है, हज़ारां ब्रह्मे ने। साहिबां दी अमृत बाणी दे वचन हन, कोट ब्रह्मे जग साजण लाए। एक ब्रह्मा नहीं है, ये भी भुलेखा ना रह जे सानू। कलगीधर गुरु गोबिंद सिंह सच्चे पातशाह महाराज ने इसे करके सानू इन्हां भुलेखियां विचों कढिया। महाराज कहते मैं ना गणेशे प्रथम मनाऊं, किसन बिसन कबू न त्याऊं, कान उसने पहचान न तिन सुलभ लागी मोरी पागिन सो। महाकाल रखवार हमारो, महालोभ मैं किंकर थारो। महाकाल उन्होंने कहते जिहड़ा काल दा भी काल कर देण वाला है। ये पंक्तियां पढ़ के कई बारी मन में शंका पैदा हो जाती है, महाराज खबरे महेश दे उपासक ने, कोई कहता जी महाराज चंडी दे उपासक ने। इदा किते भी नहीं है। चंडी दी वार उचारण की सतगुरां ने, ਉਹਦੇ ਜਿਹੜੇ ਆਰੰਭਤਾ ਦੇ ਵਚਨ ਨੇ, ਪਹਿਲਾਂ ਤਾਂ ਪ੍ਰਥਮ ਭਗਉਤੀ ਸਿਮਰ ਕੇ ਜਿਹੜਾ ਆਪਾਂ ਅਰਦਾਸ ਵਿੱਚ ਬਚਨ ਪੜ੍ਹਦੇ ਦੋਹਰਾ ਲਿਖਿਆ ਪਹਿਲਾਂ, ਉਸ ਤੋਂ ਬਾਅਦ ਲਿਖਦੇ ਨੇ ਖੰਡਾ ਪ੍ਰਥਮੈ ਸਾਜ ਕੈ ਜਿਨ ਸਭ ਸੰਸਾਰ ਉਪਾਇਆ, ब्रह्मा विष्णु महेश साज कुदरती दा खेल रचाए बनाया, सिंध पर्वत मेदनी बिन थम्मा गगन रहाया। किने बनाए? खंडा पृथ्वी साज के जिन सब संसार उपाया, सारा संसार उपाया। ब्रह्मा विष्णु महेश उन्हें उपाय ने ते उन्होंने असी पूजी जा रहे हैं। उन्होंने पूजो जिहड़ा इन्हां दा भी अंत कर देने वाला है, जिहड़ा सब दा मालक है। इसलिए हजूर दे बचन है, नमो सूरज सूरजे, नमो चंद्र चंद्रे। उत्थे ये मता ख्याल करना, महाराज कहते सूरज नूं मैं मत्था टेकदा है, मैं चंद्र मैनू नहीं। महाराज कहते जिहड़ा सूरज दा भी सूरज है, सूरज है ना जिहड़ा, इहदे च जिहड़ी ओह जोत है वो किहदी है? जे वाहिगुरू जोत कढ लवे, ये गोला ही रह जाना कल्ला, चानण नहीं दे सकता। ये चानण है ना जिहड़ा, वो वाहिगुरू ने दिता होया, तां ये प्रकाश हो रहा है। ते कलगीधर कहंदे मैं उहनूं मत्था टेकदा जिहड़ा ये सूरज विच सूरज हो के प्रकाश दे रहा है, मैं चंद्रमे च जिहड़ा चानणी दे रहा उहनूं मैं पूजदा है, ना कि इन्हां चीज़ां नूं पूजदा, ना कि 33 करोड़ देवतियां नूं मैं पूजदा, इन्हां दा उपासक नहीं है। तो उहदा अंत नहीं कोई पा सकता है। बड़े बड़े औलिए अवतार पैगंबर दुनिया विच आए ने, ठीक है, परमात्मा ने अपने हुक्म विच वो भेजे सन दुनिया का भला करने वास्ते, अवतार आए ने। लेकिन ये गल वखरी है कि उन्होंने आके अपने अपने राह चला ले। कलगीधर गुरु गोबिंद सिंह साहब महाराज बचित्र नाटक विच लिखते हैं, महाराज कहते जिन जिन तनक सिद्ध को पायो तिन तिन अपनों राह चलायो।
उन्हें आख्या मैं ही हाँ, सब कुछ मैं ही हाँ। मुहम्मद साहब ने एक बारी हंकार कर लिया। कहते 14 तबक ने, 14 सत पताल सत आकाश, इदा 14 तबक मनते ने इस्लाम धर्म दे विच। वो कहते जी ये बस इन्ना ही पसारा है, ते मैं हाँ सब दा मालक। हंकार हो गया। रस्ते ते तुरे जा रहे सन। साध संगत अगे ऊंठां दी कतार जा रही सी, बहुत लंबी कतार सी। इनू लंघ के परले पासे जाना सी। मुहम्मद साहब ने, उन्होंने सोचा चलो, क्योंकि बड़े धीरज वाले सी, सोचन लगे भी ये कतार निकल ही जावे, ये लाइन पूरी खत्म हो जाए, फिर मैं लंघ जावांगा। जो बैठे वो कतार मुक्कण ते ही ना आवे। साध संगत जिस मौके वो कतार मुक्की ना, बड़े परेशान जे होके खड़े होके वेख रहे हैं भी कदों मुक्कणगे। जो सवेर दे खड़े शामां पै गईयां, ऊंठां दी लाइन खत्म ही ना होवे। ते साध संगत उस वेले फरिश्ता आया। उन्हें आख्या भी मुहम्मद साहब बड़े परेशान हो। कहते मैं देख रहा बड़े चिर तो, मैं तो सोचता सी भी ऊंठां दी कतार लंघ जावे तां मैं परले पासे जावां, ये तो मुक्कण ते ही नहीं आ रही। फरिश्ते ने हस के कहा, मुहम्मद साहब तुसीं तो सवेर दे खड़े हो ना, मैं तो जदों दी होश संभाली है ना, मैं तो उदों दा देख रहा लैन ते मुक्कण ते ही नहीं आई है कदे, उदों दी चल रही है। बड़े हैरान होए। कहते भी ये कादी कतार है कि ऊंट की चक्की जाते ने उपर। हर ऊंट दे उत्ते एक संदूक रखी हुई सी। उन्हें कहा भी मैनू भी पता नहीं है कि चलो आप देख ही लेने हैगा की है। वो कतार विचों एक ऊंट बाहर कढ़िया, हेठां बिठाया, उत्ते जिहड़ी संदूक सी उन्होंने जिंदरा लगा होया सी ते नाल ही चाबी भी टंगी हुई सी। जिस वेले चाबी ला के संदूक दा ताला खोलिया, संदूक खोली, की देखिया भी सारी संदूक आंडिया ना भरी हुई है, आंडे भरे हुए। ਉਹਦੇ ਵਿੱਚੋਂ एक आंडा कढ़िया। साध संगत ਉਹਨੂੰ ਭੰਨ ਕੇ ਦੇਖਿਆ, ਕੀ ਦਿਖਿਆ ਉਹਦੇ ਵਿੱਚ? ਆਂਡੇ 'ਚ 7 ਪਤਾਲ ਤੇ 7 ਆਕਾਸ਼, 14 ਤਬਕ, ਤੇ ਉਸ 14 ਤਬਕਾਂ ਵਿੱਚ ਇੱਕ ਮੁਹੰਮਦ। ਬੜੇ ਹੈਰਾਨ ਹੋਏ। ਦੂਸਰਾ ਆਂਡਾ ਚੱਕਿਆ, ਉਹ ਭੰਨ ਕੇ ਦੇਖਿਆ, ਉਹਦੇ ਵਿੱਚ ਵੀ ਉਹੀ। ਤੀਸਰੇ 'ਚ ਵੇਖਿਆ ਉਹੀ। ਹੰਕਾਰ ਸਾਰਾ ਖਤਮ ਹੋ ਗਿਆ। ਕਹਿਣ ਲੱਗੇ, या खुदा मैं हंकार कर लिया सी, मैनू मुआफ करी। इहो जे ते किन्ने ऊँट ने, किन्नियां संदूकां ने, ते किन्ने की आंडे ने, किन्ने क ब्रह्मंड होणगे, किन्ने क 14 तबक होणगे, ते मेरे वर्गे नचीज मुहम्मद भी किन्ने क होणगे। मैं तो एवें मान करी बैठा है भी मैं ही हाँ सृष्टि, ये 14 तबकां दा मालक। या खुदा तू ते सब तो वड्डा है। ਇਹੋ ਜਿਹੇ ਪੈਗੰਬਰ ਵੀ ਨਹੀਂ ਅੰਤ ਪਾ ਸਕੇ ਉਸ ਵਾਹਿਗੁਰੂ ਦਾ। ਇਸ ਲਈ ਕਬੀਰ ਜੀ ਕਹਿੰਦੇ ਨੇ, ਉਹ ਤਾਂ ਭਾਈ ਬੇਅੰਤ ਹੈ, ਬੇਅੰਤ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਉਹ ਤਾਂ ਬੇਅੰਤ ਹੈ, ਉਹਦਾ ਅੰਤ ਕਿਸੇ ਤਰੀਕੇ ਨਾਲ ਵੀ ਨਹੀਂ। ਜੇ ਕਹੀਏ ਨਾ ਵੀ ਉਹਦੀ ਤਾਰੀਫ ਕਰੀਏ, ਤਾਰੀਫ ਕਰਦਿਆਂ ਕਰਦਿਆਂ ਤਾਰੀਫ ਦੇ ਅੱਖਰ ਮੁੱਕ ਜਾਣਗੇ। ਨਹੀਂ, ਉਹਦੇ ਤਾਰੀਫ ਕਰਨ ਨਾਲ ਵੀ ਅੰਤ ਨਹੀਂ ਪਾਇਆ ਜਾ ਸਕਦਾ। ਸਾਹਿਬਾਂ ਦੀ ਅੰਮ੍ਰਿਤ ਬਾਣੀ ਦਾ ਪਾਠ ਤੁਸੀਂ ਕਰਦੇ ਸ੍ਰੀ ਜਪਜੀ ਸਾਹਿਬ ਦਾ। ਮਹਾਰਾਜ ਕਹਿੰਦੇ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ। ਆ ਜਿਹੜਾ ਆਕਾਰ ਕੀਤਾ ਹੈ ਨਾ, ਆ ਸ੍ਰਿਸ਼ਟੀ ਬਣਾਈ ਹੈ। ਅੰਤ ਨਾ ਜਾਪੈ ਪਾਰਾਵਾਰ, ਅੰਤ ਕਾਰਨ केते बिल लाहे, ताकि अंत ना पाए जाए। है ही नहीं ਉਹਦਾ ਅੰਤ, ਉਹਦਾ ਅੰਤ ਹੈ ਹੀ ਨਹੀਂ, ਕਿਸੇ ਢੰਗ ਨਾਲ ਵੀ ਨਹੀਂ ਪਾਇਆ ਜਾ ਸਕਦਾ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਤਾਂ ਕਹਿਤਾ, ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਓੜਕ ਓੜਕ ਭਾਲ ਥੱਕੇ,
ਓੜਕ ਹੁੰਦਾ ਅੰਤ। ਅੰਤ ਭਾਲਣ ਵਾਲੇ ਥੱਕ ਗਏ, ਹੰਬ ਕੇ ਬਹਿ ਗਏ। ਆ ਪੁੱਛੋ ਨਾਸਾ ਵਾਲਿਆਂ ਨੂੰ, ਕੋਈ ਤਲਾ ਅੰਤ ਲੱਭਿਆ ਇਹਨਾਂ ਨੇ? ਰੋਜ਼ ਨਵੀਂ ਖੋਜ ਕਰਦੇ ਨੇ, ਰੋਜ਼ ਨਵੀਂ ਖੋਜ ਕਰਦੇ ਨੇ। ਕਹਿੰਦੇ ਜੀ ਫਲਾਨਾ ਬ੍ਰਹਿਮੰਡ ਮਿਲ ਗਿਆ, ਫਲਾਨਾ ਗ੍ਰਹਿ ਲੱਭ ਲਿਆ ਜੀ ਸਾਇੰਸਦਾਨਾਂ ਪ੍ਰਧਾਨਾਂ ਨੇ। ਫਿਰ ਅੱਗੇ ਨੂੰ ਹੋਰ ਭਾਲ ਕਰਨ ਲੱਗ ਪੈਂਦੇ ਨੇ। ਇੱਦਾਂ ਦੇ ਕਈ ਸਾਇੰਸਦਾਨੇ ਪ੍ਰਧਾਨੇ ਲੱਭਦੇ ਲੱਭਦੇ ਉਹਨਾਂ ਦਾ ਭੋਗ ਪੈ ਗਿਆ। ਕਈ ਸਾਇੰਟਿਸਟ ਹੈ, ਕਈ ਚਲੇ ਗਏ। ਦੱਸੋ ਪਰਮਾਤਮਾ ਦੀ ਕੁਦਰਤ ਦਾ ਕਿਸੇ ਵੀ ਅੰਤ ਪਾਇਆ? ਕੋਈ ਦਾਵਾ ਕਰ ਸਕਦਾ ਹੈ ਵੀ ਮੈਂ ਸਭ ਕੁਝ ਦੇਖ ਲਿਆ, ਇਹਦੇ ਪਰੇ ਹੈ ਹੀ ਕੁਛ ਨਹੀਂ? ਨਹੀਂ, ਨਵੀਂ ਨਵੀਂ ਖੋਜ ਰੋਜ਼ ਕਰਦੇ ਨੇ, ਲੇਕਿਨ ਅੰਤ ਨਹੀਂ ਪਾਇਆ ਜਾ ਸਕਦਾ। ਉਹਦੀ ਕੁਦਰਤ ਦਾ ਹੀ ਅੰਤ ਨਹੀਂ ਹੈ ਤੇ ਵਾਹਿਗੁਰੂ ਦਾ ਅੰਤ ਕਿਵੇਂ ਪਾਇਆ ਜਾ ਸਕਦਾ ਹੈ? ਇਸ ਲਈ ਕਬੀਰ ਜੀ ਸਮਝਾ ਰਹੇ ਨੇ ਜਗਿਆਸੂਆਂ ਨੂੰ, ਕਹਿੰਦੇ ਵੀ ਨਹੀਂ, ਉਹਦਾ ਅੰਤ ਹੈ ਹੀ ਨਹੀਂ, ਉਹਦਾ ਅੰਤ ਹੈ ਹੀ ਨਹੀਂ। ਬੜੇ ਬੜੇ ਜਿਨ੍ਹਾਂ ਦੀ ਪਹੁੰਚ ਹੈ, ਸਾਡੀ ਤਾਂ ਪਹੁੰਚ ਹੀ ਕੁਝ ਨਹੀਂ ਹੈ। ਜਿਨ੍ਹਾਂ ਦੀ ਪਹੁੰਚ ਹੈ, ਜਿਨ੍ਹਾਂ ਕੋਲੇ ਤਾਕਤਾਂ ਨੇ, ਕਰਾਮਾਤਾਂ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਚਰਚਾ ਕੀਤੀ ਜਦੋਂ ਮਹਾਰਾਜ ਸੁਮੇਰ ਪਰਬਤ 'ਤੇ ਗਏ ਨੇ, ਸਿੱਧਾਂ ਨੇ। ਉਹਨਾਂ ਨੇ ਕਈ ਤਰ੍ਹਾਂ ਦੀ ਚਰਚਾ ਕੀਤੀ ਸਾਧ ਸੰਗਤ ਮਹਾਰਾਜ ਦੇ ਨਾਲ, ਕਿਉਂਕਿ ਉਹਨਾਂ ਕੋਲੇ ਰਿੱਧੀਆਂ ਸਿੱਧੀਆਂ ਸੀਗੀਆਂ। ਉਹਨਾਂ ਨੂੰ ਇਹੀ ਹੰਕਾਰ ਸੀ ਵੀ ਸਾਡੀ ਪਹੁੰਚ ਬੜੀ ਹੈ। ਚਰਚਾ ਕਰਨ ਲੱਗ ਪਏ ਮਹਾਰਾਜ ਨੂੰ। ਕਹਿੰਦੇ ਜੀ ਇਹ ਜਿਹੜਾ ਬ੍ਰਹਿਮੰਡ ਹੈ, ਇਹਦੇ ਥੱਲੇ ਧੌਲੇ ਬਲਦ ਨੇ ਸਿੰਘ ਲਾਏ ਹੋਏ ਨੇ ਆਪਣੇ, ਉਹਦੇ ਤੇ ਧਰਤੀ ਖੜੀ ਹੈ। ਜੋਗੀਆਂ ਦਾ ਇਹੀ ਮੰਨਣਾ ਹੈ ਨਾ ਕਿ ਧਰਤੀ ਨੂੰ ਟਿਕਾਉਣ ਵਾਲਾ ਇੱਕ ਬਲਦ ਹੈ, ਉਹਨੇ ਆਪਣੇ ਸਿੰਘਾਂ ਤੇ ਚੱਕੀ ਹੈ ਧਰਤੀ। ਮਹਾਰਾਜ ਹੱਸ ਕੇ ਕਹਿਣ ਲੱਗੇ, ਜੋਗੀਓ ਭਲਾ ਇਹ ਦੱਸੋ, ਜਿਸ ਧਰਤੀ ਨੂੰ ਬਲਦ ਨੇ ਚੱਕਿਆ ਹੈ ਤੇ ਬਲਦ ਵੀ ਤਾਂ ਕਿਤੇ ਖੜਾ ਹੋਏਗਾ ਨਾ, ਕਿ ਹਵਾ 'ਚ ਉੱਡ ਰਿਹਾ ਹੈ? ਹਾਂ ਜੀ, ਉਹਦੇ ਥੱਲੇ ਇੱਕ ਹੋਰ ਧਰਤੀ ਹੈ, ਉਹ ਧਰਤੀ ਤੇ ਖੜਾ ਹੈ। ਮਹਾਰਾਜ ਕਹਿੰਦੇ ਉਹਦੇ ਥੱਲੇ ਕੀ ਹੈ? ਕਹਿੰਦੇ ਜੀ ਉਹਦੇ ਥੱਲੇ ਇੱਕ ਹੋਰ ਬਲਦ ਹੈ। ਇਹ ਸਿਲਸਿਲਾ ਲੰਬਾ ਚੱਲ ਗਿਆ, ਚਰਚਾ ਦੂਰ ਤੱਕ ਗਈ। ਹਾਰ ਕੇ ਹੱਥ ਜੋੜ ਕੇ ਕਹਿੰਦੇ ਪਤਾ ਨਹੀਂ ਸਾਨੂੰ ਥੱਲੇ ਕੀ ਹੈ। ਮਹਾਰਾਜ ਕਹਿੰਦੇ ਭੁਲੇਖਾ ਹੈ, ਇਹ ਮਹਾਰਾਜ ਨੇ ਆਪ ਹੀ ਥੰਮਿਆ ਹੋਇਆ ਹੈ ਸੰਸਾਰ ਨੂੰ। ਇਹਦੇ ਥੱਲੇ ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਵਾਹਿਗੁਰੂ ਨੇ ਆਪਦੇ ਸੂਤਰ ਵਿੱਚ ਸੰਤੋਖ ਨਾਲ ਇਹਨੂੰ ਟਿਕਾਇਆ ਹੋਇਆ ਹੈ। ਨਹੀਂ ਕੋਈ ਬਲਦ ਬੁਲਦ ਇਹਦੇ ਥੱਲੇ। ਇਹ ਧਰਮ ਹੈ ਨਾ, ਇਹੀ ਬਲਦ ਹੈ ਜਿਹੜਾ ਧਰਮ ਹੈ, ਔਰ ਇਹ ਹਕੀਕਤ ਹੈ। ਜਿੰਨਾ ਚਿਰ ਤੱਕ ਧਰਮ ਇਸ ਬ੍ਰਹਿਮੰਡ ਵਿੱਚ ਹੈ, ਉਨਾ ਚਿਰ ਹੀ ਇਹ ਧਰਤੀ ਟਿਕੀ ਹੋਈ ਹੈ। ਗੁਰੂ ਨਾਨਕ ਸਾਹਿਬ ਦਾ ਜੇ ਅਵਤਾਰ ਤੁਸੀਂ ਪੜ੍ਹੋ, ਮਹਾਰਾਜ ਦੇ ਅਵਤਾਰ ਦਾ ਕਾਰਨ ਕੀ ਸੀ? ਉੱਥੇ ਆਉਂਦਾ, ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵ ਲਾਏ। ਧਰਤੀ ਡੋਲ ਗਈ, ਪਾਪ ਇੰਨੇ ਹੋ ਗਏ ਸੀ ਕਿਉਂਕਿ ਧਰਮ ਨਹੀਂ ਰਿਹਾ। ਜਦੋਂ ਧਰਮ ਉੱਡ ਪੁੱਡ ਜਾਵੇ ਤੇ ਵਾਹਿਗੁਰੂ ਫਿਰ ਅਵਤਾਰ ਲੈ ਕੇ ਸੰਸਾਰ ਵਿੱਚ ਆਉਂਦੇ ਨੇ। ਜਬ ਜਬ ਰਿਸ਼ਟ ਹੋਤ ਸੰਸਾਰਾ, ਤਬ ਤਬ ਦੇ ਧਰਤੇ ਅਵਤਾਰਾ। ਫਿਰ ਸ੍ਰਿਸ਼ਟੀ ਦੇ ਉੱਤੇ ਆਉਂਦੇ ਨੇ ਭਲਾ ਕਰਨ ਵਾਸਤੇ ਸੰਸਾਰ ਦਾ। ਤੋ ਧਰਮ ਦੇ ਆਸਰੇ ਉਸ ਵਾਹਿਗੁਰੂ ਨੇ ਇਸ ਧਰਤੀ ਨੂੰ ਟਿਕਾਇਆ ਹੋਇਆ ਹੈ। ਇਹਦੇ ਥੱਲੇ ਕੋਈ ਬਲਦ ਨਹੀਂ ਹੈ ਜਾਂ ਹੋਰ ਕੁਛ ਨਹੀਂ ਹੈ, ਕੋਈ ਪਿੱਲਰ ਨਹੀਂ ਲੱਗਾ ਹੋਇਆ ਹੇਠਾਂ। ਬਸ ਉਹ ਧਰਮ ਦੇ ਆਸਰੇ ਨਾਲ ਇਹ ਖੜੀ ਹੈ। ਇਹ ਵਾਹਿਗੁਰੂ ਦੀ ਸ਼ਕਤੀ ਹੈ ਨਾ, ਇਹ ਵੀ ਤਾਂ ਕਰਾਮਾਤ ਹੈ ਨਾ ਪਰਮੇਸ਼ਰ ਦੀ। ਸੋ ਇਸ ਲਈ ਉਹਦਾ ਕੋਈ ਅੰਤ ਨਹੀਂ ਪਾ ਸਕਦਾ। ਕਬੀਰ ਜੀ ਕਹਿੰਦੇ, ਸ਼ੇਸ਼ ਨਾਗ ਵਰਗੇ ਵੀ ਤੇਰਾ ਮਰਮ ਨਾ ਜਾਣਾ। ਮਰਮ ਹੁੰਦਾ ਭੇਦ, ਤੇਰਾ ਭੇਦ ਨਹੀਂ ਜਾਣ ਸਕਦਾ। ਸੰਤ ਸੰਗਤ ਰਾਮ ਹਿਰਦੈ ਬਸਾਈ। ਸੰਤਾਂ ਮਹਾਤਮਾਵਾਂ ਦੀ ਸੰਗਤ ਕਰਕੇ ਨਾ ਅਸੀਂ ਉਸ ਵਾਹਿਗੁਰੂ ਨੂੰ, ਜਿਹਨੇ ਸ੍ਰਿਸ਼ਟੀ ਪੈਦਾ ਕੀਤੀ ਹੈ, ਜਿਹਨੇ ਨੂੰ ਟਿਕਾਇਆ ਹੈ, ਜਿਹਦੀ ਬਣਾਈ ਹੋਈ ਹੈ ਸ੍ਰਿਸ਼ਟੀ, 84 ਲੱਖ ਜੂਨਾਂ ਨੇ ਦੇਵਤੇ ਬਣਾਏ ਹੈ, ਦੈਂਤ ਵੀ ਪੈਦਾ ਕੀਤੇ ਨੇ, ਆਪਣੇ ਹੁਕਮ 'ਚ ਹੀ ਕੀਤਾ ਹੋਇਆ ਹੈ। ਉਸ ਵਾਹਿਗੁਰੂ ਨੂੰ ਅਸੀਂ ਆਪਣੇ ਹਿਰਦੇ 'ਚ ਵਸਾਇਆ ਹੋਇਆ ਹੈ। ਰਹਾਓ ਹਨੂਮਾਨ ਸਰ ਗਰੜ ਸਮਾਨਾ। ਹਨੂਮਾਨ ਰਾਮਚੰਦਰ ਜੀ ਦੇ ਸੇਵਕ ਹੋਏ ਨੇ। ਉਹ ਹਨੂਮਾਨ
ਇਹਨੂੰ ਪੌਣ ਪੁੱਤਰ ਵੀ ਕਹਿੰਦੇ ਨੇ। ਸਾਧ ਸੰਗਤ ਜੀ ਹਵਾ 'ਚ ਹੀ ਉੱਡਦਾ ਰਹਿੰਦਾ ਸੀ, ਜਿੱਦਾਂ ਜਹਾਜ਼ ਚੱਲਦੇ ਨੇ। ਉੱਡ ਕੇ ਵੀ ਇਹ ਨਹੀਂ ਅੰਤ ਪਾ ਸਕਿਆ, ਪ੍ਰਿਥਵੀ ਦਾ ਵੀ ਅੰਤ ਨਹੀਂ ਪਾ ਸਕਿਆ। ਗਰੜ ਸਮਾਨਾ, ਜਿਹੜਾ ਗਰੜ ਪੰਛੀ ਹੈ ਨਾ, ਜਿਹਦੇ ਤੇ ਕਹਿੰਦੇ ਵਿਸ਼ਨੂੰ ਸਵਾਰ ਕਰਦੇ ਨੇ, ਇਹ ਵੀ ਉਹ ਵਾਹਿਗੁਰੂ ਦਾ ਅੰਤ ਨਹੀਂ ਪਾ ਸਕਦੇ। ਸੁਰਪਤ ਨਰਪਤ ਨਹੀਂ ਗੁਣ ਜਾਨਾ। ਸੁਰ ਕਹਿੰਦੇ ਨੇ ਦੇਵਤੇ ਨੂੰ, ਪਤ ਕਹਿੰਦੇ ਨੇ ਪਤੀ ਨੂੰ। ਦੇਵਤਿਆਂ ਦਾ ਪਤੀ ਕੌਣ ਹੈ? ਇੰਦਰ। ਨਰਪਤ, ਨਰਪਤ ਮਨੁੱਖਾਂ ਦਾ ਪਤੀ, ਪੈਦਾ ਕਰਨ ਵਾਲਾ ਬ੍ਰਹਮੇ ਨੂੰ ਮੰਨਦੇ ਨੇ। ਕਹਿੰਦੇ ਵੀ ਬ੍ਰਹਮੇ ਨੇ ਵੀ ਅੰਤ ਨਹੀਂ ਪਾਇਆ, ਵਿਸ਼ਨੂੰ ਨੇ ਵੀ ਅੰਤ ਨਹੀਂ ਪਾਇਆ ਹੈ, ਮਹੇਸ਼ ਨੇ ਵੀ ਅੰਤ ਨਹੀਂ ਪਾਇਆ। ਉਹਦੇ ਗੁਣ ਜਾਣ ਹੀ ਨਹੀਂ ਸਕਦੇ। ਤਾਂ ਹੀ ਤਾਂ ਮਹਾਰਾਜ ਨੇ ਬਾਣੀ 'ਚ ਕਿਹਾ ਨਾ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਦਾਨਾ। ਤੁਮਰੀ ਮਹਿਮਾ ਵਰਨ ਨਾ ਸਾਕੋ, ਮੈਂ ਨਹੀਂ ਵਰਣਨ ਨਹੀਂ ਕਰ ਸਕਦਾ। ਤੂੰ ਠਾकुर ਊਚ ਭਗਵਾਨਾ, ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ। अथवा जेहबा एक कवन गुण कही है, बेसुमार बेअंत स्वामी, तेरा अंत ना किन ही लईए। अंत है ही नहीं होता। इस वास्ते सुरपत नरपत नहीं गुण जाना, इन्ना भी तेरे गुणा नू नहीं जानिया, अंत नहीं पा सके। चार वेद अर सिमरत पुराना, चार वेद ने, 27 सिमरतियाँ, मनु आदक पुराण जेड़े हन साध संगत जी, 6 पुराण हन ऋषियां ने उच्चारण किए हुए है, 4 वेद ब्रह्मे ने उच्चारण किए हुए है। 4 वेदां नूं उच्चारण वाले, इसे तरह 27 सिमरतियां लिखण वाले पुराणा दे वक्ता ने जेड़े ऋषि मुनि, वो भी तेरा अंत नहीं पा सकते। कमला पत कबला नहीं जाना। कमला पत, कमल कहते ने माया नूं, उहदा पति कौन है? विष्णु। ते कवला कहते ने माया नूं, जिसनूं अनरवचनी भी कहा जाता है, वो माया। ये माया जगदीश गुसाई तुमरे चरण विसारे, जिसका सारियां दे उत्ते ही बड़ा असर है, जिहड़ी सब तो ताकतवर है, जिन्हें सारे डुलाते ने, वो भी तेरा नहीं अंत पा सकती। माया भी तेरा अंत नहीं पा सकती। जद के माया नाल, माया दे राही सृष्टि पैदा की है ना, वो माया भी वाहिगुरु का अंत नहीं पा सकती। विष्णु भी अंत नहीं पा सकते हैं। कह कबीर सो भरमै नाही, इसलिए कबीर साहब कहते इस भरम विच ना पिओ भी मैं उसका अंत पा लवांगा। ये भरम है, ये भुलेखा ही है केवल। ਜਿਹੜੇ भी अंत पाउणगे वो तो आप मुक गए। जिवें साध संगत समुंदर के किनारे ते लूण दियां 2 ढेलियां आपस में गल्लां करदियां ने। वो कहंदी मैं हुणे ही 1 मिनट जाके ना इहदा अंत माप के आउंदी। वो अंदर ही साध संगत खुर गई, दूजी देखती रही भी आई नहीं। वो दूजी ढेली ने भी छाल मारी जिस वेले, वो भी जाके अंदर ही समा गई समुद्र से। तो ये है केवल दृष्टांत मात्र समझण दे लई उदाहरण। इस तरह वाहिगुरु नूं जपदे जपदे उहदा ही रूप हो जाते हैं गुरमुख, लेकिन वाहिगुरु का अंत वो भी नहीं पा सकते, कोई भी नहीं पा सकता भी उहदा अंत कोई है। कबीर साहब कहते इसलिए ये भरम विच ना पिओ, ये संशय च ना पिओ। पग लग राम रह सरनाही, उहदे पग लग उहदे चरना ना लगे रहो, बस ਉਹਦਾ ਅੰਤ ਨਾਪਣ ਨੂੰ ਨਾ ਤੁਰੇ ਰਹੋ ਵੀ ਮੈਂ ਅੰਤ ਪਾ ਲਵਾਂਗਾ। ਰਹਿ ਸਰਨਾਹੀ, ਉਹਦੀ ਸ਼ਰਨ ਵਿੱਚ ਰਹੋ, ਬਸ ਉਹ ਤੋਂ ਵਿਛੜੋ ਨਾ। ਬੇਨਤੀਆਂ ਕਰਦੇ ਰਹੋ ਉਹਦੇ ਚਰਨਾਂ ਵਿੱਚ, ਮਹਾਰਾਜ ਇਹੀ ਹੈ ਬਸ, ਇਹਦੂ ਪਰੇ ਹੋਰ ਕੁਛ ਨਹੀਂ। ਮੈਨੂੰ ਆਪਣੀ ਸ਼ਰਨ ਵਿੱਚ ਰੱਖੋ, ਰੱਖੋ ਆਪਣੀ ਸਰਨ ਪ੍ਰਭ, ਮੋਹੇ ਕਿਰਪਾ ਧਾਰੇ, ਸੇਵਾ ਕਛੂ ਨਾ ਜਾਣੋ, ਨੀਚ ਮੂਰਖਾਰੇ। ये बेनती करिए महाराज के चरणों में भी सच्चे पातशाह साडे ते कृपा करन, सानू आप दा नाम जपाउण। अंत नहीं है उहदा कोई भी, बस बेअंत बेअंत, नेत नेत कथंत बेदा। वेद भी उन्होंने नेत कहते हैं, इसलिए वो नेत है। उस्तत करी जाइए रसना नाल, अंत ना लैन जाइए उहदा, बस सिफत करिए। कबीर साहब कहते भरम विच ना पाओ ते उहदी शरण विच रहो, ਉਹਦੀ ਸ਼ਰਨ ਵਿੱਚ ਰਹੋ।
ਔਰ ਉਹਦੇ ਸ਼ਰਨ ਵਿੱਚ ਰਹਿ ਕੇ ਉਹਦੇ ਅੱਗੇ ਬੇਨਤੀਆਂ ਕਰੋ। ਇਹ ਜੋ ਪਾਵਨ ਪਵਿੱਤਰ ਉਪਦੇਸ਼ ਸਾਹਿਬ ਕਬੀਰ ਸਾਹਿਬ ਜੀ ਨੇ ਧਨਾਸਰੀ ਰਾਗਣੀ ਰਾਹੀਂ ਸਾਨੂੰ ਬਖਸ਼ਿਸ਼ ਕੀਤਾ ਹੈ, ਇਹ ਸਿੱਖਿਆ ਦਿੱਤੀ ਹੈ। ਪਰਮਾਤਮਾ ਬੇਅੰਤ ਹੈ, ਉਹਦੀ ਉਪਮਾ ਅਤੇ ਸਿਫਤ ਵਿੱਚ ਸਾਨੂੰ ਜੁੜਨਾ ਚਾਹੀਦਾ ਹੈ। ਗੁਰੂ ਜੀ ਦਾ ਇਹ ਉਪਦੇਸ਼, ਕਬੀਰ ਸਾਹਿਬ ਦਾ ਇਹ ਪਾਵਨ ਉਪਦੇਸ਼ ਸਾਡੇ ਕਲਯੁਗੀ ਹਿਰਦਿਆਂ 'ਚ ਵਸ ਜਾਵੇ, ਤਾਂ ਜੋ ਸਾਡਾ ਵੀ ਲੋਕ ਸੁਖੀ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭਾਪੇ ਮੇਲੇ, ਬੇਅੰਤ ਭੁੱਲਾਂ ਦੀ ਮੁਆਫੀ ਬਖਸ਼ਣੀ ਜੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਫਤਿਹ ਦੀ ਸਾਂਝ ਪਾਈਏ। ਕਹਿ ਕਬੀਰ ਸੋ ਭਰਮੈ ਨਾਹੀ, ਪਗ ਲਗ ਰਾਮ ਰਹਿ ਸਰਨਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।